ਇਹ ਕੀ ਹੋ ਗਿਆ ਸੀ ਮੈਨੂੰ? ਮੈਥੋਂ ਗੁਰੂ ਮਹਾਰਾਜ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਭੰਗ ਹੋ ਗਿਆ। ਜਿਸ ਧਰਮ ਨੂੰ ਮੈਂ ਇੰਨੇ ਸਬਰ ਤੇ ਮਨ ਨੂੰ ਮਾਰ ਕੇ ਨਿਭਾਉਂਦੀ ਆ ਰਹੀ ਸਾਂ, ਅਚਾਨਕ ਟੁੱਟ ਗਿਆ। ਕਿਸੇ ਬੇਮੁਹਾਰੀ ਛਲ ਨੇ ਮੇਰੇ ਆਪੇ ਨੂੰ ਕੱਖਾਂ ਨਿਆਈ ਵਹਾ ਮਾਰਿਆ। ਉਸ ਵੇਲੇ ਤਾਂ ਮੇਰੀ ਚੇਤਨਾ ਵੀ ਮੇਰਾ ਸਾਥ ਛੱਡ ਗਈ। ਮੇਰੀ ਸਾਰੀ ਕੀਤੀ ਕਤਰੀ ਖੂਹ ਵਿੱਚ ਪੈ ਗਈ। ਉਸ ਵੇਲੇ ਚੌਂਕੇ 'ਚ ਖਲੋਤੀ ਦਾ ਮੇਰਾ ਜੀਅ ਡੁੱਬਣ ਲੱਗਾ। ਸਿਰ ਨੂੰ ਅਜੀਬ ਜਿਹਾ ਘੁਮੇਰ ਚੜ੍ਹਨ ਲੱਗਾ। ਲੱਤਾਂ ਵਿੱਚ ਜਿਵੇਂ ਸੱਤਿਆ ਨਹੀਂ ਰਹੀ। ਫਿਰ ਵੀ ਸੰਭਲ ਕੇ ਮੈਂ ਅੰਦਰ ਸੋਫੇ ਵਿੱਚ ਬੇਬੇ ਜੀ ਦੇ ਪੁਰਾਣੇ ਪਲੰਘ 'ਤੇ ਜਾ ਠੱਠੀ ਸਾਂ। ਮੈਨੂੰ ਆਪਣਾ ਮੱਥਾ ਤਪਦਾ ਮਹਿਸੂਸ ਹੋਇਆ। ਸਰਦ ਮੌਸਮ ਵਿੱਚ ਇੰਨੀ ਤਪਸ਼, ਸਫੇਦ ਕੱਪੜਿਆਂ ਵਿੱਚੋਂ ਇੰਨੀ ਗਰਮੀ ਨਿਕਲ ਸਕਦੀ ਹੈ। ਉਫ, ਇਹ ਕਿਸ ਤਰ੍ਹਾਂ ਦੀ ਅੱਗ ਸੀ ਜੋ ਮੇਰੀ ਛਾਤੀ ਵਿੱਚ ਬਲਣ ਲੱਗੀ ਸੀ। ਸਾਹ ਤੇਜ਼ ਤੇਜ਼ ਚੱਲਣ ਲੱਗ ਪਿਆ ਸੀ। ਬਾਹਰ ਮੋਟਰਸਾਈਕਲ ਸਟਾਰਟ ਹੋਣ ਦੀ ਆਵਾਜ਼ ਆਈ ਤੇ ਫਿਰ ਉਹ ਆਵਾਜ਼ ਡਿਊਟੀ ਤੋਂ ਬਾਹਰ ਹੁੰਦੀ ਹੋਈ ਹਵਾ ਵਿੱਚ ਗੁੰਮ ਹੋ ਗਈ। ਬੇਬੇ ਜੀ ਢਿੱਲੇ ਪੈਰੀ ਅੰਦਰ ਆਏ ਤੇ ਅੰਗੀਠੇ ਉੱਤੇ ਪਈ ਗੁਰੂ ਨਾਨਕ ਦੀ ਤਸਵੀਰ ਅੱਗੇ ਹੱਥ ਜੋੜ ਕੇ ਤੇ ਅੱਖਾਂ ਮੀਟ ਕੇ ਬੁੜਬੁੜਾਉਣ ਲੱਗੇ, ਸੁੱਖ ਰੱਖੀ ਸੱਚਾ ਪਾਤਸ਼ਾਹ, ਅਸੀਂ ਤਾਂ ਪਹਿਲਾਂ ਹੀ ਬੜੇ ਭੰਨੇ ਪਏ ਹਾਂ। ਇਸ ਅਭਾਗਣ ਕੋਲੋਂ ਹੋਏ ਅਨਰਥ ਨੂੰ ਮਾफ़ ਕਰੀ। ਫਿਰ ਨਾਲ ਹੀ ਸ਼ੀਸ਼ੇ ਵਿੱਚ ਜਿਹੜੀ ਆਪਣੇ ਪੁੱਤ ਦੀ ਤਸਵੀਰ ਅੱਗੇ ਖਲੋ ਕੇ ਵਹਿਣ ਪਾਉਣ ਲੱਗੇ, ਤੈਨੂੰ ਕਿੱਥੋਂ ਪਾਲ ਲਿਆਵਾਂ ਵੇ ਮੇਰਿਆ ਸਰੂ ਵਰਗਿਆ ਪੁੱਤਾ, ਮੇਰਾ ਵਿਹੜਾ ਸੁੰਨਾ ਹੋ ਗਿਆ ਵੇ ਤੇਰੇ ਬਾਝੋਂ। ਫਿਰ ਉਹ ਸਹਿਜ ਨਾਲ ਪਲੰਘ ਦੀ ਹੀ 'ਤੇ ਬੈਠ ਕੇ ਮੇਰਾ ਮੱਥਾ ਪਲੋਸਣ ਲੱਗੇ। ਮੇਰੀ ਅੱਖਾਂ ਵਿੱਚੋਂ ਨੀਰ ਛਲਕਣ ਲੱਗਾ। ਕੱਗਿਆਈ ਆਵਾਜ਼ 'ਚ ਮੈਂ ਆਖਿਆ, ਪਤਾ ਨਹੀਂ ਇਸ ਤਰ੍ਹਾਂ ਕਿਉਂ ਹੋ ਗਿਆ ਮੈਥੋਂ ਬੇਬੀ ਜੀ, ਪਤਾ ਨਹੀਂ ਕਿਉਂ। ਬੇਬੇ ਜੀ ਮੇਰਾ ਸਿਰ ਪਲੋਸਦੇ ਰਹੇ ਤੇ ਹੰਝੂ ਗੇਰਦੇ ਰਹੇ। ਮੈਂ ਉੱਭੇ ਸਾਹ ਲੈਂਦੀ ਆਪਣੇ ਆਪ ਵਿੱਚ ਮਰਦੀ ਰਹੀ। ਜੀ ਪਿਆਣੇ ਬੇਬੇ ਜੀ ਕੁਛ ਚਿਰ ਮੇਰਾ ਮੱਥਾ ਘੁੱਟ ਕੇ ਬਾਹਰ ਜਾ ਵਿਹੜੇ ਵਿੱਚ ਮੰਜੇ 'ਤੇ ਜਾ ਪਏ। ਮੇਰੀ ਹਾਲਤ ਕੁਝ ਥਾਂ ਸਿਰ ਹੋਈ ਤਾਂ ਮੈਂ ਉੱਠ ਕੇ ਬਾਹਰ ਆਈ। ਚਿਨਾਬ ਚੁੱਲ੍ਹੇ ਦੀ ਸੁਨਾਰ ਨਾਲ ਖੇਡ ਰਹੀ ਸੀ। ਮੈਂ ਉਹਦੇ ਵੱਲ ਬਿਟ ਬਿਟ ਝਾਕਦੀ ਰਹੀ। ਬੇਬੇ ਜੀ ਨੇ ਮੈਨੂੰ ਡੋਰ ਭੋਰ ਖਲੋਤੀ ਨੂੰ ਆਖਿਆ, ਕੁੜੇ ਰੋਕ ਇਹਨੂੰ, ਸੁਆਹ ਥੱਲੇ ਅੰਗਿਆਰ ਮਗਦੇ ਹੁੰਦੇ ਆ। ਤਾਂ ਮੈਂ ਅਗਾਂਹ ਹੋ ਕੇ ਚਨਾਬ ਨੂੰ ਚੁੱਕਿਆ ਤੇ ਖੁਰੇ ਵਿੱਚ ਲਿਜਾ ਕੇ ਉਸਦਾ ਹੱਥ ਮੂੰਹ ਧੋਤਾ। ਬਾਪੂ ਜੀ ਕਿਧਰੇ ਨਾ ਦਿਸੇ, ਸ਼ਾਇਦ ਕਿਤੇ ਬਾਹਰ ਨਿਕਲ ਗਏ ਸਨ। ਬੇਬੇ ਜੀ ਮੂੰਹ ਵਿੱਚ ਵਾਹਿਗੁਰੂ ਦਾ ਜਾਪ ਕਰਦੇ ਪੀੜੀ 'ਤੇ ਬੈਠ ਕੇ ਮਸਰ ਚੁਗਣ ਲੱਗੇ ਸਨ। ਚਨਾਬ ਚੂਚਿਆਂ ਦੇ ਮਗਰ ਨਿੱਕੀਆਂ ਨਿੱਕੀਆਂ ਪਲਾਂਘਾਂ ਪੁੱਟਦੀ ਦੌੜਨ ਲੱਗੀ ਸੀ। ਮੈਂ ਬੇਬੇ ਜੀ ਦੇ ਲਾਗੇ ਹੀ ਮੰਜੇ 'ਤੇ ਜਾ ਬੈਠੀ, ਫਿਰ ਲੇਟ ਗਈ। ਹੁਣੇ ਥੋੜ੍ਹਾ ਚਿਰ ਪਹਿਲੇ ਇੱਥੇ ਸੌਣ ਬੈਠਾ ਸੀ। ਪਿਛਲੇ ਕੁਝ ਸਮੇਂ ਤੋਂ ਇੱਕ ਅਜੀਬ ਵਰਤਾਰਾ ਵਾਪਰ ਰਿਹਾ ਸੀ। ਸੌਣ ਦੇ ਆਉਂਦਿਆਂ ਹੀ ਮੇਰਾ ਸਾਹ ਤੇਜ਼ ਚੱਲਣ ਲੱਗਦਾ ਸੀ। ਉਹਨੂੰ ਵੇਖਦਿਆਂ ਸਾਰ ਅੰਗ ਅੰਗ ਝੂਠਾ ਪੈ ਜਾਂਦਾ। ਸੰਭਲਦੀ ਤੇ ਸੋਚਦੀ, ਇਹ ਕੀ ਹੋ ਜਾਂਦਾ ਮੈਨੂੰ? ਇਹ ਧੀਰਜ, ਸਬਰ ਤੇ ਸੰਤੋਖ ਦੇ ਬੰਨ ਕਿਉਂ ਖੁਰਨ ਲੱਗਦੇ ਨੇ? ਉਸ ਨਾਲ ਬੋਲਦੀ ਤਾਂ ਜਾਪਦਾ ਜਿਵੇਂ ਮੇਰੀ ਆਵਾਜ਼ ਕਿਤੋਂ ਦੂਰ ਆ ਰਹੀ ਹੋਵੇ। ਉਹ ਜਾਂਦਾ ਤਾਂ ਲੱਗਦਾ ਸਰੀਰ ਜਿਉਂ ਮਿੱਟੀ ਹੋ ਗਿਆ ਹੋਵੇ। ਬੇਬੇ ਜੀ ਫਿਕਰ ਕਰਦੇ, ਕੋਈ ਰੋਗ ਹੈ ਜੋ ਅੰਦਰ ਹੀ ਅੰਦਰ ਖੂਨ ਵਾਂਗ ਖਾ ਰਿਹਾ। ਉਹਨਾਂ ਨੇ ਗੁਆਂਢਣ ਚਾਚੀ ਨਾਲ ਇਸ ਬਾਰੇ ਜ਼ਿਕਰ ਕੀਤਾ ਤਾਂ ਉਸਨੇ ਕਿਹਾ, ਮੈਨੂੰ ਤਾਂ ਇਹਦੀ ਚਾਲ ਢਾਲ ਤੋਂ ਪੱਕਾ ਲੱਗਦਾ ਭੈਣ ਜੀ, ਇਹਨੂੰ ਕੋਈ ਬਾਹਰ ਦੀ ਕਸਰ ਹੈ। ਤੁਸੀਂ ਕਿਸੇ ਸਿਆਣੇ ਕੋਲ ਪੁੱਛਣਾ ਪਵਾ ਵੇਖੋ। ਬੇਬੇ ਜੀ ਨੇ ਬਾਪੂ ਜੀ ਨਾਲ ਗੱਲ ਕੀਤੀ। ਸੁਭਾਅ ਮੁਤਾਬਕ ਬਾਬੂ ਜੀ ਨੇ ਸਿਰ ਮਾਰ ਛੱਡਿਆ, ਨਾ ਹਾਂ ਨਾ ਹਾਂ। ਚਿਹਰੇ 'ਤੇ ਚੁੱਪ ਦੀ ਭਾਰ ਚੁੱਕੀ ਬਾਹਰ ਖੇਤਾਂ ਨੂੰ ਨਿਕਲ ਗਏ। ਪਿਛਲੇ ਕੁਝ ਸਮੇਂ ਤੋਂ ਮੇਰੀ ਹਾਲਤ ਅਜੀਬ ਜਿਹੀ ਹੁੰਦੀ ਜਾ ਰਹੀ ਸੀ। ਤਵੇ 'ਤੇ ਰੋਟੀ ਪਈ ਸੜ ਕੇ ਧੂੰਆਂ ਛੱਡਣ ਲੱਗਦੀ। ਮੇਰੇ ਸਾਹਮਣੇ ਕੱਟੀ ਮੱਝ ਦਾ ਸਾਰਾ ਦੁੱਧ ਚੁੰਘ ਜਾਂਦੀ ਤਾਂ ਮੈਂ ਇੱਕ ਟੱਕ ਵੇਖਦੀ ਰਹਿੰਦੀ। ਆਪਣੀ ਹੀ ਰੱਖੀ ਚੀਜ਼ ਭੁੱਲ ਜਾਂਦੀ। ਪਾਠ ਕਰਦਿਆਂ ਧਿਆਨ ਟੁੱਟ ਜਾਂਦਾ। ਮੇਰਾ ਇਹ ਬਾਵਲਿਆ ਜਿਹਾ ਰੂਪ ਦੇਖ ਕੇ ਬੇਬੇ ਜੀ ਦਾ ਚਿਹਰਾ ਲੈ ਜਾਂਦਾ। ਉਹ ਹੋਕੇ ਪਰਦੇ 'ਤੇ ਅੰਗੀਠੀ ਉੱਤੇ ਪਈ ਚੰਦ ਦੀ ਤਸਵੀਰ ਦਾ ਸ਼ੀਸ਼ਾ ਪੱਲੂ ਨਾਲ ਸਾਫ਼ ਕਰਦੇ ਹੰਝੂ ਕਿਰਨ ਲੱਗਦੇ। ਮੇਰਾ ਪਤਾ ਲੈਣ ਆਏ ਵੀਰ ਜੀ ਤੇ ਭਾਬੀ ਜੀ ਨਾਲ ਬੇਬੇ ਜੀ ਨੇ ਮੇਰੀ ਹਾਲਤ ਦਾ ਜ਼ਿਕਰ ਕੀਤਾ। ਵੀਰ ਜੀ ਨੇ ਡਾਢੇ ਮੂੰਹ ਨਾਲ ਮੇਰਾ ਸਿਰ ਆਪਣੀ ਹਿੱਕ ਨਾਲ ਜੋੜਦਿਆਂ ਉਹ ਜਾਣਨੀ ਚਾਹੀ। ਦਿਮਾਗ ਫੁੱਲ ਕੇ ਵੀ ਮੈਨੂੰ ਦੱਸਣ ਜੋ ਕੋਈ ਗੱਲ ਨਾ ਲੱਭੀ। ਤੇਰਾ ਸਰੀਰ ਤਾਂ ਠੀਕ ਰਹਿੰਦਾ ਨਾ? ਭਾਬੀ ਜੀ ਨੇ ਪੁੱਛਿਆ। ਸਰੀਰ ਤਾਂ ਬਿਲਕੁਲ ਅਰੋਗ ਆ। ਮੈਂ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਆਪਣੀ ਖਾਤਰ ਨਾ ਸਹੀ, ਇਸ ਮਾਸੂਮ ਦੀ ਖਾਤਰ ਖੁਸ਼ ਰਿਹਾ ਕਰ, ਭਾਬੀ ਜੀ ਨੇ ਚਨਾਬ ਦਾ ਸਿਰ ਪਲੋਸਦਿਆਂ ਕਿਹਾ। ਮੈਂ ਸਿਰ ਹਿਲਾ ਕੇ ਹਾਮੀ ਭਰੀ। ਬੀਜੀ ਨੂੰ ਮਿਲਣ ਨੂੰ ਦਿਲ ਕਰਦਾ ਤਾਂ ਸਾਡੇ ਨਾਲ ਚੱਲੀ ਚੱਲ, ਵੀਰ ਜੀ ਨੇ ਕਿਹਾ। ਤਾਂ ਬੇਬੇ ਜੀ ਨੇ ਪ੍ਰੋੜਤਾ ਕੀਤੀ, ਹੋਇਆ ਜੇ ਚਿੱਤ ਕਰਦਾ ਤਾਂ ਤੁਹਾਨੂੰ ਕਿਹਦੇ ਆਸਰੇ ਛੱਡ ਕੇ ਜਾਵਾਂ? ਇੱਥੇ 100 ਕੰਮ ਨੇ ਮੇਰੇ ਕਰਨ ਵਾਲੇ। ਦਿਨ ਥੋੜ੍ਹੇ ਕੁ ਖੁੱਲ੍ਹੇ ਆਉਂਦੇ ਆ, ਚਲੀ ਆਵਾਂਗੀ ਦਿਹਾੜੀ ਖੰਡ ਲਈ, ਮੈਂ ਕਿਹਾ ਤੇ ਚੌਂਕੇ ਵਿੱਚ ਚਾਹ ਦੁੱਧ ਦੇ ਆਹਰ ਲਈ ਜਾ ਬੈਠੀ।
ਠੀਕ ਠਾਕ ਤਾਂ ਹੈ, ਵੀਰ ਜੀ ਨੇ ਕਿਹਾ। ਮੈਨੂੰ ਤਾਂ ਕੁਝ ਸਮਝ ਨਹੀਂ ਲੱਗ ਰਿਹਾ ਪੁੱਤ, ਬੇਬੇ ਜੀ ਬੋਲੇ। ਪਾਠ ਤਾਂ ਕਰਦੀ ਹੈ ਨਾ? ਭਾਬੀ ਜੀ ਨੇ ਪੁੱਛਿਆ। ਬਿਨਾਂ ਨਾਗਾ ਪੰਜੇ ਬਾਣੀਆਂ ਦਾ ਪਾਠ ਕਰਦੀ ਹੈ, ਸਵੇਰੇ ਸ਼ਾਮ ਗੁਰਦੁਆਰੇ ਜਾਂਦੀ ਹੈ। ਗੁਰੂ ਘਰ ਦੀ ਤਾਂ ਬੜੀ ਪ੍ਰੇਮਨ ਹੈ। ਗੁਰੂ ਘਰ ਵਿੱਚ ਮੇਰੀ ਟੁੱਟ ਸ਼ਰਧਾ ਸੀ। ਪਿਛਲੀਆਂ ਗਰਮੀਆਂ ਬੰਦਨੀ ਕਲਾ ਵਾਲੇ ਸੰਤਾਂ ਦਾ 4 ਰੋਜ਼ਾ ਕੀਰਤਨ ਦਰਬਾਰ ਨੇੜਲੇ ਕਸਬੇ ਵਿੱਚ ਹੋਇਆ ਤਾਂ ਮੈਂ ਤੇ ਬੇਬੇ ਜੀ ਰੋਜ਼ਾਨਾ ਜਾਂਦੀਆਂ ਰਹੀਆਂ। ਪਿੰਡ ਤੋਂ ਲੋਕ ਵੀ ਜਾਂਦੇ ਰਹੇ। ਸੰਤਾਂ ਦਾ ਪ੍ਰਵਚਨ ਲੋਕ ਇਕਾਗਰਚਿਤ ਹੋ ਕੇ ਸੁਣਦੇ। ਮੈਂ ਵੀ ਮੰਤਰ ਮੁਗਧ ਹੋਈ ਬੈਠੀ ਰਹਿੰਦੀ। ਉਹਨਾਂ ਸਰੀਰ ਦੀ ਨਾਸ਼ਵਾਨਤਾ ਤੇ ਰੂਹ ਦੀ ਵਿਆਪਕਤਾ ਉੱਤੇ ਬੜਾ ਗਿਆਨ ਭਰਪੂਰ ਉਪਦੇਸ਼ ਦਿੱਤਾ। ਜੀਣ ਮਰਨ ਦਾ ਭਰਮ ਮੇਰੀ ਸਮਝ ਵਿੱਚ ਆਇਆ। ਇਹਨਾਂ ਗੱਲਾਂ ਵਿੱਚ ਮੇਰੀ ਦਿਲਚਸਪੀ ਪਹਿਲਾਂ ਵੀ ਸੀ, ਪਰ ਹੁਣ ਮੈਨੂੰ ਇਸ ਦੁਨੀਆ ਦਾ ਕੋੜ ਪਸਾਰਾ ਹੋਰ ਵੀ ਸਪਸ਼ਟ ਨਜ਼ਰ ਆਉਣ ਲੱਗਾ। ਰਿਸ਼ਤੇ ਨਾਤੇ ਸਾਕ ਸੰਬੰਧੀ ਫਿੱਕੇ ਲੱਗਣ ਲੱਗੇ। ਹੋਰ ਤਾਂ ਹੋਰ ਆਪਣੇ ਪਿਆਰੇ ਚੰਦ ਦੇ ਚਲੇ ਜਾਣ ਦਾ ਦਰਦ ਵੀ ਮੱਠਾ ਪੈਣ ਲੱਗਾ। ਅੰਤਲੇ ਦਿਨ ਸੰਤਾਂ ਨੇ ਬੜੀ ਵਿਰਾਗਮਈ ਕੀਰਤਨ ਕੀਤਾ। ਫਿਰ ਅੰਮ੍ਰਿਤ ਸੰਚਾਰ ਹੋਇਆ। ਮੈਂ ਖੁਦ ਉੱਠ ਕੇ ਗਈ ਤੇ ਸੰਤਾਂ ਦੇ ਚਰਨਾਂ ਵਿੱਚ ਸਿਰ ਨਵਾ ਕੇ ਅੰਮ੍ਰਿਤ ਦੀ ਦਾਨ ਬਖਸ਼ਣ ਦੀ ਬੇਨਤੀ ਕੀਤੀ। ਅੰਮ੍ਰਿਤ ਛਕਾ ਕੇ ਉਹਨਾਂ ਮੇਰੇ ਸਿਰ ਤੇ ਹੱਥ ਰੱਖਿਆ ਤੇ ਬੋਲ ਉਚਾਰੇ, ਆਪਣਾ ਜੀਵਨ ਸਾਥੀ ਨੂੰ ਵੀ ਗੁਰੂ ਲੜ ਲਾਉਣਾ ਸੀ ਬੀਬਾ ਜੀ। ਉਹ ਬਚਨ ਕੀਤਾ ਤਾਂ ਬੇਬੇ ਜੀ ਦੀਆਂ ਅੱਖਾਂ ਤੋਂ ਪਲ ਪਲ ਹੰਝੂ ਵਹਿਣ ਲੱਗੇ। ਉਹ ਤਾਂ ਮਹਾਰਾਜ ਜੀ। ਛਿਨ ਭਰ ਲਈ ਸੰਤਾਂ ਦੇ ਚਿਹਰੇ ਤੇ ਅਫਸੋਸ ਦਾ ਪਛਤਾਵਾ ਪਿਆ। ਫਿਰ ਉਹਨਾਂ ਨੇ ਚਿੰਤਾ ਤਾਂ ਕੀ ਕੀਜੀਏ ਤੇ ਰਾਮ ਗਾਇਓ ਰਾਵਣ ਗਾਇਓ ਦੇ ਸ਼ਬਦ ਉਚਾਰ ਕੇ ਸਾਨੂੰ ਹੌਸਲਾ ਦਿੱਤਾ। ਫਿਰ ਉਹਨਾਂ ਸੱਜਾ ਹੱਥ ਉੱਪਰ ਚੁੱਕ ਕੇ ਸਾਰੀ ਸੰਗਤ ਨੂੰ ਮੁਖਤਾਬਤ ਹੋ ਕੇ ਕਿਹਾ, ਇਹ ਦੁਨੀਆ ਮੁਸਾਫਰਖਾਨਾ ਹੈ ਤੇ ਸਭ ਨੇ ਇੱਥੋਂ ਚਲੇ ਜਾਣਾ ਹੈ। ਸਿਮਰਨ ਕਰੋ ਕੇਵਲ ਨਾਮ ਤੇਰੇ ਸੰਗ ਸਹਾਈ। ਰਾਤ ਨੂੰ ਟਰੈਕਟਰ ਤੇ ਵਾਪਸ ਪਿੰਡ ਜਾਂਦਿਆਂ ਸੰਤਾਂ ਦੀ ਪ੍ਰਤਿਭਾ ਦੇ ਗੁਣਗਾਨ ਕਰ ਰਹੀਆਂ ਸਨ। ਉਹਨਾਂ ਦੇ ਨਿਮਰ ਸੁਭਾਅ ਤੇ ਉੱਚੇ ਖਿਆਲਾਂ ਨੇ ਸਭਨਾਂ ਨੂੰ ਮੋਹ ਲਿਆ। ਮੈਂ ਜਨਾਬ ਨੂੰ ਕੁੱਛੜ ਲਈ ਚੁੱਪਚਾਪ ਬੈਠੀ ਸਾਂ। ਸੰਤਾਂ ਦੀ ਹੋ ਰਹੀ ਉਸਤਤ ਮੈਨੂੰ ਚੰਗੀ ਲੱਗ ਰਹੀ ਸੀ। ਮੇਰਾ ਸਰੀਰ ਤੇ ਮਨ ਹਲਕਾ ਹੋ ਰਿਹਾ ਸੀ। ਪੌਣੇ ਕੁ ਚੰਦ ਦੀ ਘਸਮੈਲੀ ਚਾਂਦਨੀ ਵਾਲੀ ਰਾਤ ਸੀ। ਚੰਨ ਨਾਲ ਹੁੰਦਾ ਤਾਂ ਅਜਿਹੀ ਰਾਤ ਦੇ ਅਰਥ ਹੀ ਹੋਰ ਹੋਣੇ ਸਨ। ਸਾਰਿਆਂ ਦੇ ਸਾਹਮਣੇ ਮੈਂ ਉਹਦਾ ਕਦੀ ਨਾਂ ਨਹੀਂ ਸੀ ਲਿਆ, ਪਰ ਇਕੱਲਿਆਂ ਮੈਂ ਉਸਨੂੰ ਚੰਨ ਸੱਦਦੀ ਸਾਂ। ਉਹ ਮੈਨੂੰ ਕਲਾਵਿਆਂ 'ਚ ਭਰਦਾ ਤੇ ਚੁੰਮਦਾ। ਮੈਨੂੰ ਰਵਿੰਦਰ ਤੋਂ ਉਸਨੇ ਰਾਵੀ ਬਣਾ ਦਿੱਤਾ। ਮੈਨੂੰ ਆਖਦਾ, ਮੈਂ ਤੇਰੇ ਵਿੱਚ ਡੁੱਬ ਕੇ ਮਰ ਜਾਣਾ ਹੈ। ਮੈਂ ਉਹਦੇ ਮੂੰਹ 'ਤੇ ਹੱਥ ਰੱਖਦੀ, ਨਹੀਂ ਚੰਨ, ਇੱਦਾਂ ਕਬੂਲ ਨਾ ਬੋਲੀ। ਫਿਰ ਉਹ ਹੋਣ ਵਾਲੇ ਬੱਚੇ ਬਾਰੇ ਜ਼ਿਕਰ ਛੇੜਦਾ, ਮੇਰੇ ਵਧੇ ਹੋਏ ਪੇਟ ਨੂੰ ਸਹਿਲਾਉਂਦਾ। ਬੇਟੀ ਹੋਈ ਤਾਂ ਨਾਂ ਰੱਖਾਂਗੇ ਜਨਾਬ, ਬੇਟਾ ਹੋਇਆ ਤਾਂ ਬਿਆਸ। ਪਰ ਚੰਨ, ਨਾਂ ਵਿੱਚ ਕੀ ਪਿਆ ਏ? ਉਹਦੀਆਂ ਗੱਲਾਂ ਵਿੱਚ ਸਰਸ਼ਾਰ ਹੋ ਕੇ ਮੈਂ ਆਖਦੀ, ਸਾਰੀ ਮਹਿਮਾ ਹੀ ਨਾਂ ਦੀ ਏ। ਤੂੰ ਮੈਨੂੰ ਚੰਨ ਦੀ ਥਾਂ ਟੱਗਾ ਜਾਂ ਬੌਲਦ ਕਹਿ ਕੇ ਵੇਖ। ਸਿਆਣੇ ਕਹਿੰਦੇ ਨੇ ਐਸਾ ਕੰਮ ਕਰੋ ਕਿ ਮਰਨ ਤੋਂ ਬਾਅਦ ਨਾ ਚਮਕੇ। ਫਿਰ ਮਰਨ ਦੀ ਗੱਲ ਮੈਂ ਟੋਕਦੀ, ਹਰ 5ਵੇਂ 6ਵੇਂ ਵਾਕ ਵਿੱਚ ਮਰਨ ਦੀ ਗੱਲ ਕਰ ਜਾਂਦਾ ਸੀ ਚੰਨ। ਸੋਹਨ ਦੱਸਦਾ ਸੀ ਬੜਾ ਚੰਗਾ ਗਾਉਂਦਾ ਸੀ ਇਹ, ਪਰ ਜਦੋਂ ਵੀ ਗਾਉਣ ਲਈ ਅਸੀਂ ਇਹਨੂੰ ਆਖਦੇ, ਇਹ ਅਸਾਂ ਤਾਂ ਜੋਬਨ ਰੁੱਤੇ ਮਰਨਾ ਹੀ ਗਾਉਂਦਾ। ਤਰਜ ਐਸੀ ਕੱਢਦਾ ਕਿ ਸੁਣਨ ਵਾਲੇ ਸੁੰਨ ਹੋ ਜਾਂਦੇ। ਕਾਲਜ ਵਿੱਚ ਇਹਦੀ ਬੜੀ ਚਰਚਾ ਸੀ। ਆਖਿਰ ਉਹ ਵੀ ਦਿਨ ਆ ਗਿਆ। ਸਾਰਾ ਦਿਨ ਚੰਨ ਕਰ ਰਿਹਾ। ਸ਼ਾਮ ਜੇ ਇਹ ਕਹਿ ਕੇ ਤੁਰਿਆ ਕਿ ਕਾਦੀਆਂ ਤੋਂ ਆੜਤੀਏ ਕੋਲੋਂ ਪੈਸੇ ਲੈਣੇ ਨੇ, ਝੋਨੇ ਲਈ ਦਵਾਈ ਦਾ ਡੱਬਾ ਤੇ ਸਕੂਟਰ ਵਿੱਚ ਪੈਟਰੋਲ ਪਵਾਉਣਾ ਹੈ। ਤੂੰ ਮੇਰੇ ਆਉਣ ਤੱਕ ਤਿਆਰ ਹੋ, ਆਪਾਂ ਬਟਾਲੇ ਸਰਕਸ ਵੇਖਣ ਜਾਣਾ ਹੈ। ਮੈਂ ਤਿਆਰ ਹੋ ਕੇ ਇੰਤਜ਼ਾਰ ਕਰ ਰਹੀ ਸਾਂ। ਉਹਨੇ ਗੇਟ 'ਤੇ ਆ ਕੇ ਸਕੂਟਰ ਦੀਆਂ 3 ਸੀਟੀਆਂ ਵਜਾਉਣੀਆਂ ਸਨ। ਬਾਹਰ ਸਕੂਟਰ ਆ ਕੇ ਰੁਕਿਆ, ਪਰ ਸੀਟੀ ਕੋਈ ਨਾ ਵੱਜੀ। ਇੱਕ ਬੇਪਛਾਣ ਬੰਦੇ ਨੇ ਅਗਾਂਹ ਹੋ ਕੇ ਸੁਨੇਹਾ ਦਿੱਤਾ। ਟਰੱਕ ਦੀ ਫੇਟ ਵੱਜ ਗਈ। ਚਰਨਜੀਤ ਦੇ ਸਕੂਟਰ ਨੂੰ ਮੀਲ ਪੱਥਰ ਦੇ ਨਾਲ ਸਿਰ ਵੱਜ ਗਿਆ। ਬਾਅਦ 'ਚ ਹਿੱਲਿਆ ਤੱਕ ਨਹੀਂ। ਬੇਬੇ ਜੀ ਦੁਹੱਥੜਾ ਮਾਰਨ ਦੇ ਥਾਂ ਡਿੱਗ ਪਏ। ਮੈਂ ਡੋਰ ਭੋਰ ਹੋਈ ਖਲੋਤੀ ਰਹਿ ਗਈ। ਘਰ ਵਿੱਚ ਚੀਕ ਚਹਾੜਾ ਪੈ ਗਿਆ। ਔਰਤਾਂ ਨੇ ਬੇਬੇ ਜੀ ਦੀ ਦੰਦਲ ਖੋਲ੍ਹੀ ਤਾਂ ਉਹਨਾਂ ਦੇ ਵਿਆਨਾਂ ਨੇ ਅਸਮਾਨ ਸਿਰ 'ਤੇ ਚੁੱਕ ਲਿਆ। ਪਿੰਡ ਦੇ ਬੰਦਿਆਂ ਨੇ ਦੁਆਲੇ ਘੇਰਾ ਘੱਤ ਲਿਆ। ਉਹ ਪੋਸਟਮਾਰਟਮ ਦੀ ਕੋਈ ਗੱਲ ਕਰ ਰਹੇ ਸਨ। ਰਿਟਾਇਰ ਹੋਇਆ ਥਾਣੇਦਾਰ ਬਰਾੜ ਕਹਿ ਰਿਹਾ ਸੀ, ਆਪਾਂ ਪੋਸਟਮਾਰਟਮ ਬਿਲਕੁਲ ਨਹੀਂ ਹੋਣ ਦੇਣਾ। ਮੈਂ ਆਪ ਜਾ ਕੇ DSP ਨੂੰ ਮਿਲਦਾ। ਠੀਕ ਹੈ। ਕੁਝ ਬੰਦਿਆਂ ਨੇ ਸਾਂਝਾ ਕਿਹਾ। ਬਾਪੂ ਜੀ, ਮੇਰਾ ਤਾਂ ਦਿਮਾਗ ਹੀ ਜਿਵੇਂ ਉਲਟ ਚੱਕਰ ਖਾ ਗਿਆ। ਪਤਾ ਨਹੀਂ ਕਿਉਂ ਮੇਰਾ ਜੀ ਕੀਤਾ ਕਿ ਮੈਂ ਆਪਣੇ ਪੇਟ ਵਿੱਚ ਪਲ ਰਹੇ ਬੱਚੇ ਨੂੰ ਮੁੱਕੀਆਂ ਮਾਰ ਕੇ ਮਾਰ ਸੁੱਟਾਂ ਤੇ ਆਪਣਾ ਸਿਰ ਕੰਧ ਨਾਲ ਮਾਰ ਲਵਾਂ। ਐਨ ਉਸੇ ਵੇਲੇ ਮੇਰੇ ਕਰੀਬ ਥਾਣੇਦਾਰ ਦੀ ਨੂੰਹ ਆ ਖਲੋਤੀ। ਉਸਨੇ ਮੈਨੂੰ ਆਪਣਾ ਮੇਕਅਪ ਸਾਫ਼ ਕਰਨ ਲਈ ਕਿਹਾ। ਫਿਰ ਉਹ ਖੁਦ ਹੀ ਉਹ ਸਭ ਕੁਝ ਕਰਨ ਲੱਗ ਪਈ। ਮੈਂ ਬਿਟ ਝਾਕਦੀ ਰਹੀ। ਅਥਰੂ ਆਪ ਮੁਹਾਰੇ ਵਹਿੰਦੇ ਰਹੇ।
ਅਗਲੇ ਦਿਨ ਚੰਨ ਨੂੰ ਲੱਕੜਾਂ ਵਿੱਚ ਚਿਣ ਕੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਬਾਪੂ ਜੀ ਨੇ ਪਰਾਲੀ ਦੇ ਬੁੱਤੇ ਨੂੰ ਅੱਗ ਲਾ ਕੇ ਚਿਤਾ ਨੂੰ ਲਾਉਂਦਿਆਂ ਅਸਮਾਨ ਪਾੜਵੀਂ ਨੇ ਦੇ ਢਾਹ ਮਾਰੀ। ਸਾਰਾ ਪਿੰਡ ਤਰਾਸ ਤਰਾਸ ਕਰ ਉੱਠਿਆ। ਮੇਰਾ ਵਾਲ ਖੁੱਲ੍ਹੇ ਹੋਏ ਸਨ ਤੇ ਵੀਰ ਜੀ ਨੇ ਮੈਨੂੰ ਸੰਭਾਲਿਆ ਹੋਇਆ ਸੀ। ਮੇਰੇ ਪਾਪਾ ਜੀ ਤੇ ਬਾਪੂ ਜੀ ਇੱਕ ਦੂਜੇ ਨੂੰ ਢਾਰਸ ਬਣਾ ਰਹੇ ਸਨ। ਜੁਲਾਈ ਮਹੀਨੇ ਦੀ ਗਰਮੀ ਵਿੱਚ ਮੱਚਦੀ ਅੱਗ ਤਿੜ ਤਿੜ ਕਰਦੀ ਵੱਧ ਰਹੀ ਸੀ। ਚੰਦ ਦਾ ਕੋਮਲ ਸਰੀਰ ਇਸ ਅੱਗ ਨਾਲ ਰਾਖ ਹੋ ਰਿਹਾ ਸੀ। ਅਚਾਨਕ ਮੇਰੇ ਢਿੱਡ ਵਿੱਚ ਚੀਰ ਵੀ ਲਈ ਉੱਠੀ, ਜਿਸ ਨੂੰ ਮੈਂ ਪਹਿਲਾਂ ਤਾਂ ਬੁੱਲ ਕੁੱਟ ਕੇ ਜਰਿਆ, ਪਰ ਜਦ ਇਹ ਅਸਹਿ ਹੋ ਗਈ ਤਾਂ ਮੇਰੇ ਮੂੰਹ ਜ਼ੋਰ ਦੀ ਚੀਕ ਵੱਜ ਗਈ। ਨਾਲ ਹੀ ਮੈਂ ਬੇਸੁੱਧ ਹੋ ਗਈ। ਹੋਸ਼ ਆਈ ਤਾਂ ਮੈਂ ਸੋਫੇ ਵਿੱਚ ਲੇਟੀ ਪਈ ਸਾਂ। ਲਾਗੇ ਬਰਾੜਾਂ ਦੀ ਨੂੰਹ ਬੈਠੀ ਸੀ। ਉਸਨੇ ਮੇਰਾ ਧਿਆਨ ਮੇਰੇ ਸੱਜੇ ਪਾਸੇ ਪਈ ਕੱਪੜਿਆਂ ਵਿੱਚ ਲਿਪਟੀ ਨੰਨੀ ਜਿਹੀ ਬੱਚੀ ਵੱਲ ਦਵਾਇਆ। ਮੈਂ ਉੱਠਣ ਦੀ ਕੋਸ਼ਿਸ਼ ਕੀਤੀ, ਪਰ ਸਰੀਰ ਦੀ ਕਮਜ਼ੋਰੀ ਨੇ ਮੇਰਾ ਸਾਥ ਨਾ ਦਿੱਤਾ। 10ਵੇਂ ਦਿਨ ਚੰਦ ਦਾ ਭੋਗ ਪੈ ਗਿਆ। ਮੈਂ ਹੌਲੀ ਹੌਲੀ ਤੁਰਨ ਫਿਰਨ ਜੋਗੀ ਹੋ ਗਈ। ਲੋਕਾਂ ਦੀ ਆਵਾਜਾਈ ਹੱਲੇ ਵੀ ਘਰ ਵਿੱਚ ਬਣੀ ਹੋਈ ਸੀ। ਚੰਦ ਦੇ ਕਾਲਜ ਵੇਲੇ ਦੇ ਮਿੱਤਰ ਬੇਲੀ ਆਉਂਦੇ ਰਹੇ। ਸੋਹਣ ਕਈ ਦਿਨ ਆਪਣੇ ਘਰ ਨਾ ਗਿਆ। ਨਿੱਕੇ ਮੋਟੇ ਕੰਮਾਂ ਤੋਂ ਲੈ ਕੇ ਵੱਡੀ ਤੋਂ ਵੱਡੀ ਜ਼ਿੰਮੇਦਾਰੀ ਸਕਿਆਂ ਨਾਲੋਂ ਵੱਧ ਕੇ ਹੋ ਕੇ ਨਿਭਾਉਂਦਾ ਰਿਹਾ। 2 ਕੁ ਮਹੀਨਿਆਂ ਪਿੱਛੋਂ ਇੱਕ ਦਿਨ ਪਾਪਾ ਜੀ ਤੇ ਵੀਰ ਜੀ ਆਏ। ਵੀਰ ਜੀ ਦੇ ਗੱਲ ਲੱਗਦਿਆਂ ਮੇਰੀ ਪੁੱਬ ਨਿਕਲ ਗਈ। ਦੋਵੇਂ ਬਜ਼ੁਰਗ ਇਸ ਦੁਖਿਆਰੀ ਅਵਸਥਾ ਬਾਰੇ ਗੱਲਾਂ ਕਰਦੇ ਰਹੇ। ਆਖਿਰ ਪਾਪਾ ਜੀ ਨੇ ਕਿਹਾ, ਜੇ ਸੁੱਖ ਕਰਮਾਂ 'ਚ ਹੁੰਦਾ ਤਾਂ ਕਦੀ ਐਸਾ ਨਾ ਵਾਪਰਦਾ। ਇਹਦੇ ਲੇਖ ਨੇ ਕਿ ਅਨਹੋਣੀ ਹੋ ਗਈ। ਹੁਣ ਇੱਥੇ ਕੀ ਕਰੇਗੀ ਇਹ? ਤੁਸੀਂ ਹਾਮੀ ਭਰੋ ਤਾਂ ਇਸ ਨੂੰ ਨਾਲ ਹੀ ਲੈ ਜਾਈਏ, ਬਾਕੀ ਜਿਵੇਂ ਤੁਸੀਂ ਮੁਨਾਸਿਬ ਸਮਝੋ। ਬਾਪੂ ਜੀ ਨੇ ਬੜੇ ਦ੍ਰਿੜ ਲਫ਼ਜ਼ਾਂ ਵਿੱਚ ਆਖਿਆ, ਮਿਲਣ ਗਿਲਣ ਲਈ ਲਿਜਾਣਾ ਤਾਂ ਲੱਖ ਵਾਰੀ ਲਿਜਾਓ ਸਰਦਾਰ ਜੀ, ਪਰ ਮੇਰੀ ਹੱਥ ਬੰਨ੍ਹ ਕੇ ਬੇਨਤੀ ਜੇ, ਮੇਰਾ ਪੁੱਤ ਨਹੀਂ ਰਿਹਾ, ਇਸ ਧੀ ਨੂੰ ਮੈਥੋਂ ਜੁਦਾ ਨਾ ਕਰਿਓ। ਮੈਨੂੰ ਧੀਆਂ ਤੋਂ ਵੱਧ ਆਏ। ਸਾਡੇ ਕੋਲ ਇਸ ਤੋਂ ਸਿਵਾ ਹੋਰ ਕੌਣ ਹੈ? ਸਾਡਾ ਬੁੱਢਿਆਂ ਦਾ ਆਸਰਾ। ਨੀਵੀਂ ਪਾਈ ਬੈਠੇ ਵੀਰ ਜੀ ਬੋਲੇ, ਪਰ ਮਾਸੜ ਜੀ, ਇਉਂ 5 ਪਹਾੜ ਉਮਰ ਕਿਵੇਂ ਕੱਟੂ? ਮੇਰਾ ਮਤਲਬ। ਫਿਰ ਉਹ ਕੁਛ ਚਿਰ ਲਈ ਰੁਕੇ ਤੇ ਗਲਾ ਸਾਫ਼ ਕਰਦੇ ਬੋਲੇ, ਸਿਰਫ 23 ਵਰ੍ਹਿਆਂ ਦੀ ਉਮਰ ਹੈ ਇਹਦੀ ਹੱਲੇ, ਇੰਨਾ ਲੰਬਾ ਪੈਂਡਾ। ਮੈਂ ਤੇਰੀ ਗੱਲ ਸਮਝ ਰਿਹਾ ਜੀਣ ਜੋਗਿਆ। ਬਾਪੂ ਜੀ ਬੋਲੇ, ਨੂੰ ਨਹੀਂ ਧੀ ਆਖਿਆ ਮੈਂ ਇਹਨੂੰ। ਕੋਈ ਅਜਿਹੀ ਨੌਬਤ ਆਈ ਨਾ ਤਾਂ ਮੈਂ ਹੱਥੀਂ ਇਹਨੂੰ ਧੀ ਬਣਾ ਕੇ ਵਿਦਾ ਕਰ ਦਊਂ। ਇਸ ਵੇਲੇ ਮੇਰੇ ਘਰ ਦੀ, ਮੇਰੀ ਪੱਗ ਦੀ ਇੱਜ਼ਤ ਹੈ। ਤੁਸੀਂ ਆਓ ਜਾਓ, ਆਇਆ ਜਾਇਆ ਕਰੇ, ਪਰ ਇਹਦਾ ਇਹੋ ਹੈ, ਪਰ ਘਰ ਇਹਦਾ ਇਹੋ ਹੈ। ਬਾਪੂ ਜੀ ਨੇ ਪੱਗ ਦੇ ਲੜ ਨਾਲ ਅੱਥਰੂ ਪੂੰਝੇ। ਜਿਸ ਵਿਹੜੇ ਵਿੱਚ ਮੇਰਾ ਚੰਨ ਫਿਰਦਾ ਰਿਹਾ ਸੀ, ਉਸ ਵਿਹੜੇ ਨੂੰ ਛੱਡਣ ਦਾ ਮੇਰਾ ਵੀ ਮਨ ਨਹੀਂ ਸੀ। ਸੁੱਖ ਭੋਗਣਾ ਜੇ ਕਰਮਾਂ ਵਿੱਚ ਹੁੰਦਾ ਤਾਂ ਇੱਥੇ ਹੀ ਮਿਲਿਆ ਰਹਿੰਦਾ। ਇਸ ਉਮਰ ਦਾ ਕੀ ਹੈ? ਚੰਨ ਨਾਲ ਬਿਤਾਏ 2 ਸਾਲਾਂ ਨੂੰ ਯਾਦ ਕਰਦਿਆਂ ਲੰਘ ਜਾਏਗੀ। ਹੁਣ ਮੇਰਾ ਇਹੋ ਧਰਮ ਹੈ, ਇਸ ਘਰ ਦੀ ਮਾਨ ਇੱਜ਼ਤ ਨੂੰ ਪਾਲਦੀ ਰਹਾਂ, ਚੰਦ ਦੀ ਨਿਸ਼ਾਨੀ ਨੂੰ ਹਿੱਕ ਨਾਲ ਲਾ ਕੇ ਦਿਨ ਕੱਟਦੀ ਰਹਾਂ। ਦੂਜੇ ਚੌਥੇ ਦਿਨ ਸੋਹਣ ਆ ਜਾਂਦਾ। ਚੰਦ ਦਾ ਭਰਾਵਾਂ ਤੋਂ ਗੂੜਾ ਰਿਸ਼ਤਾ ਸੀ ਉਹਦੇ ਨਾਲ। ਬੇਬੇ ਜੀ ਤੇ ਬਾਪੂ ਜੀ ਵੀ ਉਹਨੂੰ ਪੂਰਾ ਮੰਨਦੇ। ਮੈਨੂੰ ਭੈਣ ਜੀ ਆਖ ਕੇ ਸੱਦਦਾ ਸੀ। ਮੈਂ ਉਹਨੂੰ ਭਾਜੀ ਕਹਿੰਦੀ, ਪਰ ਉਹ ਹਮੇਸ਼ਾ ਮੈਨੂੰ ਟੋਕਦਾ, ਚਰਨਜੀਤ ਵੱਡਾ ਸੀ ਮੈਥੋਂ ਪੂਰੇ 6 ਦਿਨ, ਤੁਸੀਂ ਮੇਰਾ ਨਾਮ ਸੱਦਿਆ ਕਰੋ। ਪਰ ਮੇਰਾ ਜੇਰਾ ਨਾ ਪੈਂਦਾ। ਗੱਲਾਂ ਕਰਦਿਆਂ ਉਹ ਜ਼ਿੰਦਗੀ ਤੇ ਮੌਤ ਦੇ ਬੜੇ ਗਹਿਰੇ ਫਲਸਫੇ ਛੇੜਦਾ। ਉਹਦੀਆਂ ਕਈ ਗੱਲਾਂ ਮੇਰੀ ਸਮਝ ਪੈਂਦੀਆਂ, ਕਈ ਨਾ। ਆਪਣੀ ਗੱਲ ਸਮਝਾਉਣ ਲਈ ਉਹ ਕਈ ਉਦਾਹਰਨਾਂ ਦਿੰਦਾ। ਉਹਦੀਆਂ ਗੱਲਾਂ ਮੈਨੂੰ ਮੋਹ ਜਾਂਦੀਆਂ। ਉਹਦੇ ਲਾਗੇ ਬਹਿਣਾ ਮੈਨੂੰ ਚੰਗਾ ਲੱਗਦਾ। ਉਹ ਜਾਣ ਲਈ ਕਹਿੰਦਾ ਤਾਂ ਮੈਂ ਉਹਨੂੰ ਹੋਰ ਬਹਿਣ ਲਈ ਮਜਬੂਰ ਕਰਦੀ। ਜਨਾਬ ਨੂੰ ਕੁੱਛੜ ਚੁੱਕ ਵਿਹੜੇ ਵਿੱਚ ਘੁੰਮਦਾ ਤਾਂ ਮੇਰੇ ਅੰਦਰ ਅਜੀਬ ਤਰ੍ਹਾਂ ਦੀ ਖਲਬਲੀ ਮਚ ਜਾਂਦੀ, ਜਿਵੇਂ ਸਾਕਾਰ ਚੰਨ ਹੋਵੇ। ਇੱਕੋ ਜਿਹੇ ਉੱਚੇ ਤੇ ਡੀਲ ਡੋਲ ਵਾਲੇ ਤਾਂ ਸਨ ਦੋਨੋਂ। ਚੰਨ ਨੇ ਕੇਸ ਦਾੜੀ ਰੱਖੀ ਸੀ ਤੇ ਸੋਹਣ ਕਤਰਵੀਂ ਦਾੜੀ ਤੇ ਵਾਲਾਂ 'ਤੇ ਛਤਰੇ ਰੱਖਦਾ ਸੀ। ਉਨਾਬੀ ਰੰਗ ਦੀ ਪੱਗ ਬੜੀ ਫੱਬਦੀ ਸੀ ਉਹਨੂੰ। ਚੰਨ ਜਦੋਂ ਕਾਲੀ ਪੱਗ ਬੰਨ੍ਹਦਾ ਸੀ ਤਾਂ ਫੁੱਟ ਫੁੱਟ ਪੈਂਦਾ ਸੀ। ਸੋਹਣ ਆਉਂਦਾ ਤਾਂ ਬੇਬੇ ਜੀ ਤੇ ਬਾਪੂ ਜੀ ਦੇ ਪੈਰੀ ਹੱਥ ਲਾਉਂਦਾ। ਬੇਬੇ ਜੀ ਉਹਨੂੰ ਗਲਵੱਕੜੀ 'ਚ ਲੈ ਕੇ ਗਲੇਡੂ ਭਰ ਲੈਂਦੇ। ਬਾਪੂ ਜੀ ਉਸਦੀ ਕੰਡ ਥਾਪੜਦੇ ਤੇ ਹੌਕਾ ਪਾੜ ਕੇ ਆਖਦੇ, ਤੇਰੇ ਬਗੈਰ ਸਾਡਾ ਕੌਣ ਹੈ ਪੁੱਤ? ਸ਼ਾਬਾਸ਼ੇ ਬਈ ਤੇਰੇ। ਚੰਦ ਦੀਆਂ ਗੱਲਾਂ ਛਿੜਦੀਆਂ ਤਾਂ ਸੋਹਣ ਦਾ ਗੱਜ ਭਰ ਜਾਂਦਾ। ਅੱਖਾਂ ਵਹਿਣ ਲੱਗਦੀਆਂ। ਬੇਬੇ ਜੀ ਟਕੋਰੇ ਪੜਦੇ। ਪਤਾ ਨਹੀਂ ਕਿਸ ਚੰਦਰੇ ਦੀ ਨਜ਼ਰ ਖਾ ਗਈ। ਬਾਪੂ ਜੀ ਦੀਆਂ ਅੱਖਾਂ ਦੇ ਹੰਝੂ ਉਹਨਾਂ ਦੀ ਬੱਗੀ ਦਾੜੀ ਵਿੱਚ ਗੁਆਚਣ ਲੱਗਦੇ। ਸਥਿਤੀ ਨੂੰ ਹਲਕਿਆਂ ਕਰਨ ਖਾਤਰ ਸੋਹਣ ਉੱਠ ਕੇ ਮੱਝ ਲਈ ਪੱਠੇ ਕੁਤਰਨ ਲੱਗਦਾ। ਕਮੀਜ਼ ਲਾ ਕੇ ਕਿੱਲੀ ਨਾਲ ਟੰਗਦਾ ਤੇ ਮੋਟਰ ਪੰਪ ਨਾਲ ਪਾਈਪ ਲਾ ਕੇ ਮੱਝ ਨੂੰ ਨੁਹਾ ਦਿੰਦਾ। ਪਿਛਵਾੜੇ ਬਣੀ ਨਿੱਕੀ ਜਿਹੀ ਕਿਆਰੀ ਦੇ ਤੁਰੰਕੇ ਦੇ ਦਿੰਦਾ। ਰਸੋਈ 'ਚੋਂ ਗਿਲਾਸ ਫੜਦਾ ਤੇ ਬੈਠਕ 'ਚ ਪਈ ਫਰਿੱਜ 'ਚੋਂ ਖੁਦ ਜਾ ਕੇ ਪਾਣੀ ਪੀ ਲੈਂਦਾ। ਬੇਬੇ ਜੀ, ਪਾਣੀ ਮੈਂ ਪਿਉਣੀ ਆ, ਆਖਦੇ ਤਾਂ ਕਹਿੰਦਾ। ਚਰਨਜੀਤ ਨੇ ਵੀ ਸਾਡੇ ਘਰ ਆ ਕੇ ਕਦੀ ਹੁਕਮ ਨਹੀਂ ਸੀ ਚਲਾਇਆ। ਉੱਠ ਕੇ ਆਪ ਹੀ ਚੀਜ਼ ਲੈ ਲੈਂਦਾ ਸੀ।
ਫਿਰ ਉਹ ਰੁਕ ਜਾਂਦਾ, ਪਾਣੀ ਵਾਲਾ ਗਿਲਾਸ ਹੱਥ ਵਿੱਚ ਫੜਿਆ ਰਹਿ ਜਾਂਦਾ। ਉਂਗਲਾਂ ਦੇ ਪੋਟਿਆਂ ਨਾਲ ਅੱਖਾਂ ਦੇ ਕੋਏ ਸਾਫ਼ ਕਰਦਾ ਤੇ ਹੋਕਾ ਭਰ ਕੇ ਤੁਰ ਜਾਂਦਾ। ਮੇਰੇ ਅੰਮ੍ਰਿਤ ਛਕਣ 'ਤੇ ਉਸਨੇ ਟਿੱਪਣੀ ਕੀਤੀ ਸੀ, ਜੇ ਧਰਮ ਦੀਆਂ ਸੌੜੀਆਂ ਵਲਗਣਾਂ 'ਚ ਕੈਦ ਹੋ ਕੇ ਰਹਿ ਜਾਣਾ ਹੋਵੇ ਤਾਂ ਇਸ ਦਾ ਕੋਈ ਫਾਇਦਾ ਨਹੀਂ। ਧਰਮ ਦਾ ਸਿਧਾਂਤ ਬੰਦੇ ਨੂੰ ਹਰ ਦਿਸ਼ਾ ਵਿੱਚ ਫੈਲ ਜਾਣ ਦੀ ਚੁੱਕਤ ਦੱਸਦਾ ਹੈ। ਇਹ ਰਹਿਤਨਾਮੇ, ਬੰਧਨ, ਰੁਕਾਵਟਾਂ, ਪਰਹੇਜ਼, ਮੈਂ ਤਾਂ ਇਹਨਾਂ ਦੇ ਹੱਕ ਵਿੱਚ ਨਹੀਂ। ਮੈਨੂੰ ਪਤਾ ਨਹੀਂ ਮੈਂ ਹੱਕ ਵਿੱਚ ਸਾਂ ਜਾਂ ਨਹੀਂ, ਪਰ ਸੰਤਾਂ ਦੀਆਂ ਦੱਸੀਆਂ ਗੱਲਾਂ 'ਤੇ ਅਮਲ ਕਰ ਰਹੀ ਸਾਂ। ਸਿਮਰਨ ਵਿੱਚ ਮੇਰੀ ਲਿਵ ਲੱਗਣ ਲੱਗੀ ਸੀ। ਸਵੇਰੇ ਸ਼ਾਮ ਪਾਠ, ਗੁਰਦੁਆਰੇ ਜਾਣਾ, ਜਨਾਬ ਨੂੰ ਨੁਹਾ ਧੁਆ ਕੇ ਤਿਆਰ ਕਰਨਾ, ਚੁੱਲ੍ਹੇ ਚੌਂਕੇ ਦਾ ਆਹਰ, ਬੇਬੇ ਜੀ ਤੇ ਬਾਪੂ ਜੀ ਦੀ ਦੇਖਭਾਲ, ਲੰਬੇ ਬੋਝਲ ਦਿਨ ਇਹਨਾਂ ਰਜੇਵਿਆਂ 'ਚੋਂ ਲੰਘ ਜਾਂਦੇ, ਪਰ ਰਾਤ ਦਾ ਸਖਣਾਪਨ ਗੁਜ਼ਾਰਿਆ ਨਾ ਗੁਜ਼ਰਦਾ। ਪਤਾ ਨਹੀਂ ਕਦੋਂ ਤੇ ਕਿਵੇਂ ਮੇਰੀਆਂ ਸੋਚਾਂ ਦਰਮਿਆਨ ਸੋਹਣ ਆ ਖਲੋਤਾ ਸੀ। ਟਿੱਕੀ ਹੋਈ ਰਾਤ ਵਿੱਚ ਮੈਨੂੰ ਉਸਦੇ ਬੋਲ ਸੁਣਦੇ, ਅੱਖਾਂ ਮੀਟਦੀ ਤਾਂ ਉਹਦੇ ਨਕਸ਼ ਉਗੜਦੇ। ਜਨਾਬ ਦਾ ਹੱਥ ਛਾਤੀ 'ਤੇ ਪਿਆ ਹੁੰਦਾ ਤਾਂ ਮੈਂ ਤਰਬ ਉੱਠਦੀ, ਢਿੱਡ ਉੱਪਰ ਉਹਦੀ ਲੱਤ ਆ ਜਾਂਦੀ ਤਾਂ ਮੇਰੀ ਜਾਗ ਅੱਬੜ ਵਾਏ ਖੁੱਲ੍ਹ ਜਾਂਦੀ। ਉਸ ਬਾਰੇ ਸੋਚਦਿਆਂ ਅੱਖ ਨਾ ਲੱਗਦੀ, ਸਰੀਰ ਤਪਣ ਲੱਗਦਾ। ਸੋਚਦੀ, ਸੋਹਣ ਇਸ ਤਪਦੇ ਸਰੀਰ ਉੱਤੇ ਹੱਥ ਰੱਖੇ, ਕੰਮ ਤੇ ਬੁੱਲਾਂ ਨੂੰ ਪੋਟਿਆਂ ਨਾਲ ਸਲਾਏ। ਸੁੰਨੀਆਂ ਰਾਤਾਂ ਦੇ ਇਸ ਮਾਰੂ ਹੱਲੇ ਲਗਾਤਾਰ ਚੱਲਦੇ ਰਹੇ। ਸਬਰ ਦੇ ਬੰਨ ਖੁਰ ਜਾਂਦੇ, ਵਲਗਣਾ ਪੂਰਨ ਲੱਗਦੀਆਂ। ਛਾਤੀ ਵਿੱਚ ਮੁਰਝਾਇਆ ਬੂਟਾ ਫਿਰ ਪੁੰਗਰਨ ਲਈ ਹਿਲਜੁਲ ਕਰਨ ਲੱਗਾ। ਸੋਹਣ ਨਾਲ ਗੱਲਾਂ ਕਰਦੀ ਮੈਂ ਗੁਆ ਜਾਂਦੀ। ਉਹ ਭੈਣ ਆ ਕੇ ਬੁਲਾਉਂਦਾ ਤਾਂ ਮੈਨੂੰ ਕੋਫਤ ਹੋਣ ਲੱਗਦੀ। ਉਹ ਚੁਟਕੀ ਵਜਾ ਕੇ ਆਖਦਾ, ਕਿੱਥੇ ਗੁਆਚ ਗਏ? ਪਤਾ ਨਹੀਂ ਕਿੱਥੇ ਗੁਆਚ ਰਹੀ ਸਾਂ ਮੈਂ। ਉਸ ਦਿਨ ਸੋਹਣ ਆਇਆ ਸੀ, ਪਰਛਾਵੇਂ ਢਲਣ ਵੇਲੇ। ਉਨਾਬੀ ਪੱਗ ਵਿੱਚ ਉਹਦਾ ਚਿਹਰਾ ਭਖ ਰਿਹਾ ਸੀ। ਉਹਨੇ ਡਿਊਟੀ ਵਿੱਚ ਮੋਟਰਸਾਈਕਲ ਖਲਾਰਿਆ। ਮੰਡੀਓਂ ਆਇਆ ਸੀ ਉਹ, ਆੜਤੀਏ ਨਾਲ ਹਿਸਾਬ ਕਰਕੇ। ਬਾਪੂ ਜੀ ਲਾਗੇ ਮੰਜੇ 'ਤੇ ਬੈਠਾ ਹਿਸਾਬ ਸਮਝਾਉਣ ਲੱਗਾ ਸੀ। ਬੇਬੇ ਜੀ ਲਾਗੇ ਪੀੜੀ 'ਤੇ ਬੈਠੇ ਗੋਦੀ 'ਚ ਪਈ ਜਨਾਬ ਨੂੰ ਥਾਪੜ ਰਹੇ ਸਨ। ਮੈਂ ਚੌਂਕੇ 'ਚ ਖੜੀ ਸਾਹੋ ਸਾਈ ਹੋ ਰਹੀ ਸਾਂ। ਦਿਮਾਗ ਵਿੱਚ ਕੋਈ ਸ਼ੈ ਸਰਕ ਰਹੀ ਸੀ, ਕੰਨਾਂ ਵਿੱਚ ਲਗਾਤਾਰ ਸਾਂ ਹੋ ਰਹੀ ਸੀ। ਉਹਨਾਂ ਦਾ ਕੋਈ ਬੋਲ ਮੈਨੂੰ ਨਹੀਂ ਸੀ ਸੁਣ ਰਿਹਾ। ਹੱਥ ਹਿਲਦੇ ਜਾਂ ਸਿਰ ਹਿੱਲ ਰਹੇ ਸਨ। ਆਵਾਜ਼ ਸੁਣੀ, ਪਾਣੀ ਦਾ ਗਿਲਾਸ ਦੇ ਜਾਈ ਰਵਿੰਦਰ। ਬੇਬੇ ਜੀ ਦੇ ਬੋਲ ਸਨ। ਮੈਂ ਭਾਂਡਿਆਂ ਵਾਲੀ ਟੋਕਰੇ ਵਿੱਚੋਂ ਗਲਾਸ ਚੱਕਿਆ ਤੇ ਨਲਕੇ ਤੋਂ ਭਰ ਲਿਆਈ। ਲਓ, ਮੈਂ ਆਖਿਆ। ਲੈ ਲੈ ਪੁੱਤਰ ਪਾਣੀ, ਬੇਬੇ ਜੀ ਨੇ ਕਿਹਾ। ਡਾਇਰੀ ਉੱਪਰ ਪੈਨ ਨਾਲ ਹਿਸਾਬ ਕਰ ਰਹੇ ਸੋਹਣ ਨੇ ਮੇਰੇ ਵੱਲ ਧਿਆਨ ਚੁੱਕਿਆ, ਵੇਖ ਕੇ ਨਿੰਮਾ ਜਿਹਾ ਮੁਸਕਰਾਇਆ। ਮੇਰੇ ਹੱਥੋਂ ਗਲਾਸ ਫੜਿਆ ਤੇ ਅੱਧਾ ਕੁ ਪਾਣੀ ਪੀ ਕੇ ਗਲਾਸ ਮੈਨੂੰ ਵਾਪਸ ਕਰ ਦਿੱਤਾ। ਮੇਰੇ ਸੁੱਕੇ ਬੁੱਲ੍ਹਾਂ 'ਤੇ ਪਿਆਸ ਅਚਾਨਕ ਭੜਕ ਪਈ ਤੇ ਉਹ ਬਚਿਆ ਪਾਣੀ ਮੈਂ ਉਸੇ ਵੇਲੇ ਪੀ ਗਈ। ਆਖਰੀ ਘੁੱਟ ਭਰਦਿਆਂ ਹੀ ਮੇਰੀ ਹੋਸ਼ ਪਰਤ ਆਈ। ਬੇਬੇ ਜੀ ਦਾ ਮੂੰਹ ਖੁੱਲ੍ਹਾ ਰਹਿ ਗਿਆ। ਬਾਪੂ ਜੀ ਵੀ ਅਵਾਕ ਰਹਿ ਗਏ। ਸੋਹਣ ਦੇ ਹੱਥ 'ਚ ਫੜਿਆ ਪੈਨ ਅਹਿਲ ਹੋ ਗਿਆ। ਮੈਂ ਤੇਜ਼ ਕਦਮੀ ਚੌਂਕੇ ਵੱਲ ਤੁਰੀ, ਖਾਲੀ ਗਲਾਸ ਚੁੱਲ੍ਹੇ ਲਾਗੇ ਸੁੱਟ ਦਿੱਤਾ। ਮੇਰੇ ਸਿਰ ਵਿੱਚ ਅਜੀਬ ਹਰਕਤ ਹੋਣ ਲੱਗੀ ਸੀ, ਲੱਤਾਂ ਵਿੱਚੋਂ ਸੱਤਿਆ ਮੁੱਕਣ ਲੱਗੀ ਸੀ। ਫਿਰ ਵੀ ਪਤਾ ਨਹੀਂ ਕਿਵੇਂ ਹਿੰਮਤ ਜੁਟਾ ਕੇ ਮੈਂ ਅੰਦਰ ਬੇਬੇ ਜੀ ਦੇ ਪਲੰਗ 'ਤੇ ਜਾ ਡੱਠੀ। ਮੈਂ ਰੋ ਰਹੀ ਸਾਂ ਨਿਰੰਤਰ। ਅੰਦਰੋਂ ਕੁਛ ਤਰਲ ਬਣ ਕੇ ਵਹਿਣ ਜਾਣ ਲਈ ਤਰਲੋ ਮੱਛੀ ਹੋ ਰਿਹਾ ਸੀ। ਦਿਮਾਗ ਵਿੱਚ ਨਾ ਕੋਈ ਸਪਸ਼ਟ ਸੋਚ ਸੀ, ਨਾ ਅੱਖਾਂ ਅੱਗੇ ਕੋਈ ਸਾਬਤ ਦ੍ਰਿਸ਼। ਉਸ ਰਾਤ ਮੇਰਾ ਪਿੰਡਾ ਤਪਦਾ ਰਿਹਾ। ਗਲ ਪਾਈ ਕਿਰਪਾਨ ਲਾ ਕੇ ਮੈਂ ਸਰਾਣੇ ਰੱਖ ਲਈ। ਜਨਾਬ ਨੂੰ ਬੇਬੇ ਜੀ ਨੇ ਆਪਣੇ ਨਾਲ ਪਾਲਿਆ ਸੀ। ਸਵੇਰੇ ਨਾ ਮੈਥੋਂ ਇਸ਼ਨਾਨ ਹੋ ਸਕਿਆ, ਨਾ ਗੁਰਦੁਆਰੇ ਜਾ ਸਕੀ। ਬੇਬੇ ਜੀ ਨੇ ਵੀ ਮਜਬੂਰ ਨਾ ਕੀਤਾ। ਬਾਪੂ ਜੀ ਦੇ ਚਿਹਰੇ 'ਤੇ ਚਿੰਤਾ ਦੇ ਡੂੰਘੇ ਪਰਛਾਵੇਂ ਸਨ। ਸਵੇਰ ਦਾ ਨਾਸ਼ਤਾ ਕਰਕੇ ਉਹ ਖੇਤਾਂ ਨੂੰ ਨਿਕਲ ਗਏ। ਬੇਬੇ ਜੀ ਵੀ ਆਪਣੇ ਮਨ ਦਾ ਭਾਰ ਹੌਲਾ ਕਰਨ ਲਈ ਕਿਸੇ ਗੁਆਂਢਣ ਵੱਲ ਚਲੇ ਗਏ। ਮੈਂ ਕੁੱਕੜੀਆਂ ਨੂੰ ਖੁੱਡੇ ਵਿੱਚੋਂ ਛੱਡ ਦਿੱਤਾ। ਚਾਚੀ ਹੋਰਾਂ ਦੀ ਕੰਧ 'ਤੇ ਸ਼ਹਿ ਲਾ ਕੇ ਬੈਠਾ ਲਾਖਾ ਕੁੱਕੜ ਉਡਾਰੀ ਮਾਰ ਕੇ ਆ ਗਿਆ ਤੇ ਚਿੱਟੀ ਕੁੱਕੜੀ ਨੂੰ ਪਿਛਵਾੜੇ ਬਣੀ ਕਿਆਰੀ ਵੱਲ ਲੈ ਗਿਆ। ਮੇਰੇ ਸਿਰ ਵਿੱਚ ਤਿੱਖਾ ਦਰਦ ਉੱਠਿਆ। ਐਨ ਉਸੇ ਵੇਲੇ ਮੋਟਰਸਾਈਕਲ ਦਾ ਖੜਾਕ ਉੱਚਾ ਹੁੰਦਾ ਡਿਊਟੀ ਵਿੱਚ ਆ ਕੇ ਬੰਦ ਹੋ ਗਿਆ। ਮੈਨੂੰ ਲੱਗਾ ਜਿਵੇਂ ਮੇਰਾ ਸਿਰ ਚੱਕਰ ਖਾਣ ਲੱਗਾ ਸੀ। ਸੋਹਣ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਮੇਰੀਆਂ ਲੱਤਾਂ ਵਿੱਚ ਕਾਂਬਾ ਚੜ੍ਹ ਗਿਆ। ਉਂਗਲ ਵਿੱਚ ਮੋਟਰਸਾਈਕਲ ਦੀ ਚਾਬੀ ਨੂੰ ਘੁਮਾ ਰਿਹਾ ਸੀ ਉਹ। ਕਹਿਣ ਲੱਗਾ, ਇਹ ਕੀ ਕੀਤਾ ਤੂੰ ਕੱਲ੍ਹ? ਮੈਂ ਉਹਦੇ ਸਾਹਮਣੇ ਖਲੋਤੀ ਸਾਂ। ਮੇਰੇ ਤੌਰ ਵੇਖ ਕੇ ਉਹ ਹੈਰਾਨ ਹੋਣ ਲੱਗਾ ਸੀ। ਫਿਰ ਮੈਂ ਉਸਨੂੰ ਕਹਿ ਰਹੀ ਸਾਂ ਪੂਰੇ ਵੇਗ ਵਿੱਚ। ਮੈਨੂੰ ਯਾਦ ਨਹੀਂ ਉਹ ਕੀ ਲਫ਼ਜ਼ ਸਨ, ਪਰ ਉਹਦੇ ਬੋਲ ਮੈਨੂੰ ਅੱਧ ਪਚੱਦੇ ਸੁਣੇ ਸਨ। ਤੇਰਾ ਦਿਮਾਗ ਹਿੱਲ ਗਿਆ ਲੱਗਦਾ। ਮੈਂ ਤੈਨੂੰ ਭੈਣ ਸਮਝਿਆ ਹਮੇਸ਼ਾ। ਬੇਬੇ ਜੀ ਕਿੱਥੇ ਨੇ? ਬਾਪੂ ਜੀ ਕਿੱਥੇ ਨੇ? ਉਹ ਬੌਂਦਲਿਆ ਹਾਰ ਕੇ ਇੱਧਰ ਉੱਧਰ ਟਹਿਲਣ ਲੱਗਿਆ। ਮੈਂ ਅਗਾਂਹ ਹੋ ਕੇ ਉਸਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ। ਸ਼ਾਇਦ ਕਿ ਉਹ ਝਟਕੇ ਨਾਲ ਪਿੱਛੇ ਹੋ ਗਿਆ। ਤੇਜ਼ੀ ਨਾਲ ਡਿਊਟੀ ਵੱਲ ਵਧਿਆ ਤੇ ਮੋਟਰਸਾਈਕਲ ਨੂੰ ਕਿੱਕ ਮਾਰ ਕੇ ਚਲਾ ਗਿਆ। ਫਿਰ ਮੈਨੂੰ ਪਤਾ ਨਹੀਂ ਕੀ ਹੋਇਆ। ਮੈਂ ਚੀਕ ਮਾਰੀ। ਮੈਂ ਸ਼ਾਇਦ ਨਾਲ ਹੀ ਜਨਾਬ ਡਡਿਆ ਉੱਠੀ। ਨਾਲ ਦੀ ਗੁਆਂਢਣ ਚਾਚੀ ਦੌੜੀ ਆਈ। ਉਸਨੇ ਦੱਸਿਆ ਕਿ ਚੀਕ ਉਸਨੇ ਗੁਸਲਖਾਨੇ 'ਚ ਨਹਾਉਂਦੇ ਸੁਣੀ।
ਕਾਲੀ ਨਾਲ ਲੀੜੇ ਪਾ ਕੇ ਦੌੜੀ ਆਈ। ਉਹ ਮੈਨੂੰ ਕਈ ਕੁਝ ਪੁੱਛਦੀ ਰਹੀ ਪਰ ਮੈਂ ਬਿਟ-ਬਿਟ ਝਾਕਦੀ ਰਹੀ। ਬੇਬੇ ਜੀ ਆਏ ਤਾਂ ਉਹਨਾਂ ਨੇ ਕਿਹਾ, ਮੈਂ ਕਿਹਾ ਸੀ ਤੁਹਾਨੂੰ ਭੈਣ ਜੀ, ਹੱਲੇ ਵੀ ਡੁੱਲੇ ਪੇਰਿਆਂ ਦਾ ਕੁਛ ਨਹੀਂ ਜੇ ਵਿਗੜਿਆ। ਮੇਰੀ ਮੰਨੋ ਤਾਂ ਪੰਡੋਰੀ ਵਾਲੇ ਬਾਬਿਆਂ ਦੀ ਪੁੱਛ ਨਾ ਪਵਾ ਵੇਖੋ। ਹਫ਼ਤਾ ਭਰ ਸੋਹਣ ਨਹੀਂ ਆਇਆ। ਮੇਰੀ ਹਾਲਤ ਮੇਰੇ ਵੱਸੋਂ ਬਾਹਰ ਹੋਣ ਲੱਗੀ। ਬੇਬੇ ਜੀ ਘਿਓ ਵਿੱਚ ਬਦਾਮ ਕੱਢ ਕੇ ਮੇਰੇ ਸਿਰ 'ਚ ਚੱਸਦੇ। ਬਾਪੂ ਜੀ ਦੱਸਦੇ, ਪਿੰਡ ਦੇ ਲੋਕ ਮੇਰੇ ਬਾਰੇ ਗੱਲਾਂ ਕਰਨ ਲੱਗੇ ਸਨ। ਆਪਣੀ ਥਾਂ 'ਤੇ ਮੈਂ ਖੁਦ ਬੜੀ ਪਰੇਸ਼ਾਨ ਸਾਂ। ਆਖਿਰ ਇੱਕ ਦਿਨ ਕਾਲੇ ਚੋਲਿਆਂ ਵਾਲੇ 2 ਬਾਬੇ ਸਾਡੇ ਗੇਟ ਲੰਘ ਆਏ। ਬੇਬੇ ਜੀ ਨੇ ਹੱਥ ਜੋੜ ਕੇ ਤੇ ਸਿਰ ਨਿਵਾ ਕੇ ਉਹਨਾਂ ਨੂੰ ਜੀ ਆਇਆਂ ਆਖਿਆ। ਉਹਨਾਂ ਦਾ ਭਿਆਨਕ ਰੂਪ ਵੇਖ ਕੇ ਮੇਰੀਆਂ ਚੀਕਾਂ ਨਿਕਲ ਗਈਆਂ। ਬਾਬੇ ਨੇ ਆਪਣੇ ਸੈਲੇ ਵਾਲਾ ਹੱਥ ਉੱਪਰ ਚੱਕਿਆ ਤੇ कुक्या, देख लिया हमने, आते ही देख लिया। शेर चुटकी में, बस एक चुटकी में भागेगी तू। फिर उसने वेड़े विच डट्ठे मंजे ते आसन जमाया ते बेबे जी ने संबोधित होकर बोले, इस बच्ची पर एक औरत का कब्जा है, उसने इसे दबोच रखा है, हम ठीक कर देंगे। माता तुम समग्री तैयार करो। बापू जी समग्री जुटाउण च रुझ गए। वेड़े विचकार धुआं धुखा दिता गया। दोवें बाबे चिमटे खड़काउंदे वेड़े विच चक्कर कट्टण लगे। मैनू उस लागे बिठा दिता गया। बाबे ने अपना चिमटा मेरे सिर ते रखिया, मूँह विच बुड़-बुड़ कीती ते गरजिया, बोल जाएगी कि नहीं। मेरी होश भुलदी जा रही सी। सिर आप मुहारे हिलण लगा सी। वाल खुल के गल विच पै गए। वालां दा एक गुच्छा बाबे दी मुट्ठी विच सी। पिंडे ते पैंदी मार दा कोई असर नहीं सी हो रहा। मैनू कोई सुध बुध नहीं सी। बाबे दा चीकना ते मेरा सिर मारदे जाना जारी सी। तू की चाहुंदी है? मेरे अंदर शह ला के बैठी उस बाहरली औरत नूं बाबे ने सवाल किया। मैं सोहन नूं चाहुंदी हां, बेसुरती विच मैं कहा। जे सोहन कौन है? बाबे दे मत्थे ते त्यूड़ियां पै गईयां ते ओह गरज के बोलिया। बेबे जी ने दंदा थल्ले बुल टुके। बापू जी ने सिर झुका लिया। आसे पासे खलोते लोकां च कुसर मुसर छिड़ी। मैं हाँ सोहन। 2 पैर अगाह होके सोहन बोलिया। मेरे विचली औरत ने सुन लिया शायद। उसने मेरियां अखां थानी उस वल डेले पाड़ के वेख्या। निताने ते निटाल शरीर विच अपनी जुरत भर के मैनू उठा लिया ते सामने खलोते सोहन नूं गलमियों फड़ के हलूण देन लगी। हाले भी चुप रहेगा कि मरवाएगा मैनू इन्हां दुष्टां कोलों? बोल बोल बोल। सोहन दे पसीने छुट रहे सन। बाबे ने अगली कार्रवाई लई चिमटा उपर चुक्या तां सोहन ने बड़ी डूंगी ते निग्गर आवाज़ च आखिया, बस बस, ये साडे घर दा मसला है बाबा जी, तुसीं जाओ हुण। मैं सोहन दी अखां विच वेख्या, अथरू उसदियां गल्लां ते सरक आए सन। मेरे खिलरे वालां नूं उन्हें सहलाया। उसदा हत्थ लगा तां सिर विच बलदे भांबड़ शांत होण लगे। पिंडे ते पई चिमटियां दी पीड़ चीसां छड्डण लगी। सो दोस्तों, ये सी कहानी विचली औरत, जिस नूं लिखिया सी तलविंदर सिंह ने। तुहानूं ये कहानी किस तरह दी लगी?